हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਪੰਜਾਬ ਟੈਟ ਭਾਗ 6 ਲੈ ਕੇ ਆਏ ਹਾਂ, ਸੋਸ਼ਲ ਸਟੱਡੀ SST ਜਿਹਨੂੰ ਆਪਾਂ ਸਮਾਜਿਕ ਸਿੱਖਿਆ ਕਹਿੰਦੇ ਹਾਂ। ਸੋ ਪੋਲਿਟੀ ਦੇ ਕੁਐਸਚਨ ਇਹਦੇ ਵਿੱਚ ਸਟਾਰਟ ਕੀਤੇ ਹੋਏ ਨੇ ਜੋ ਮੋਸਟ ਇੰਪੋਰਟੈਂਟ ਕੁਐਸਚਨ ਨੇ। ਸੋ ਜਿਨ੍ਹਾਂ ਨੇ ਪਹਿਲਾਂ ਵਾਲੇ ਭਾਗ ਹਾਲੇ ਤੱਕ ਰੀਡ ਨਹੀਂ ਕੀਤੇ, ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦਾ ਹੈ। PDF ਨੋਟਸ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਾਈਟ ਦਾ ਲਿੰਕ ਹੈ ਜਿਹੜਾ ਉਹ ਦਿੱਤਾ ਹੋਇਆ ਹੈ, ਇਸ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਭਾਗ ਦੇ ਅਗਲੇ 90 ਪ੍ਰਸ਼ਨ ਉੱਤਰ। ਅਗਲਾ ਪ੍ਰਸ਼ਨ ਹੈ, ਮੂਲ ਅਧਿਕਾਰਾਂ ਦੇ ਉਲੰਘਣ ਦੀ ਸਥਿਤੀ ਦੇ ਵਿੱਚ ਕਿਸ ਅਨੁਛੇਦ ਦੇ ਅੰਤਰਗਤ ਵਿਅਕਤੀ ਸਿੱਧੇ ਸਰਵਉੱਚ ਅਦਾਲਤ ਦੇ ਵਿੱਚ ਆਵੇਦਨ ਕਰ ਸਕਦਾ ਹੈ? ਤਾਂ ਇਹ ਕਰਦਾ ਜੀ ਅਨੁਛੇਦ 32 ਦੇ ਅੰਤਰਗਤ। ਕਿਸ ਰਿਟ ਦਾ ਸ਼ਾਬਦਿਕ ਅਰਥ ਹੈ ਵਾਟ ਇਜ਼ ਯੂਅਰ ਅਥਾਰਟੀ? ਤਾਂ ਇਹ ਅਰਥ ਹੈ ਜੀ ਕਿਊਰਾਂਟੋ ਦਾ। ਸ਼ਾਬਦਿਕ ਅਰਥ ਹੈ ਕਿਊਰਾਂਟੋ ਹੈ ਜਿਹੜੀ ਰਿਟ ਹੈ, ਤਾਂ ਇਸ ਦਾ ਜੋ ਸ਼ਾਬਦਿਕ ਅਰਥ ਹੈ ਵਾਟ ਇਜ਼ ਯੂਅਰ ਅਥਾਰਟੀ ਹੈ। ਅਗਲਾ ਪ੍ਰਸ਼ਨ ਹੈ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਅੰਤਰਗਤ ਕਿਸ ਉਮਰ ਤੱਕ ਦੇ ਬੱਚਿਆਂ ਲਈ ਸਰਕਾਰ ਦਾ ਫ੍ਰੀ ਅਤੇ ਲਾਜ਼ਮੀ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਹੈ? ਤਾਂ ਇਹ ਹੈ ਜੀ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ। ਅਗਲਾ ਪ੍ਰਸ਼ਨ ਹੈ, ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜੇ ਗਏ ਕਿਸੇ ਬਿੱਲ 'ਤੇ ਰਾਸ਼ਟਰਪਤੀ ਕਦੋਂ ਤੱਕ ਆਪਣੀ ਮਨਜ਼ੂਰੀ ਹੈ ਉਹ ਦੇਣ ਦੇ ਵਿਵਸ ਹੁੰਦਾ ਹੈ? ਤਾਂ ਸੰਵਿਧਾਨ ਨੇ ਇਸ ਸਮੇਂ ਕੋਈ ਸਮਾਂ ਅਤੇ ਸੀਮਾ ਜਿਹੜਾ ਉਹ ਤੈਅ ਨਹੀਂ ਕੀਤਾ। ਇਹਦੇ ਸੰਬੰਧ ਵਿੱਚ 26 ਜਨਵਰੀ 1950 ਤੋਂ 12 ਜਨਵਰੀ 1952 ਦੇ ਮੱਧ ਭਾਰਤ ਦਾ ਅੰਤਰਿਮ ਰਾਸ਼ਟਰਪਤੀ ਕੌਣ ਸੀ? ਤਾਂ ਉਹ ਸੀਗੇ ਜੀ ਡਾਕਟਰ ਰਾਜਿੰਦਰ ਪ੍ਰਸਾਦ, ਜੋ 26 ਜਨਵਰੀ 1950 ਤੋਂ ਲੈ ਕੇ 12 ਜਨਵਰੀ 1952 ਦੇ ਮੱਧ ਭਾਰਤ ਦੇ ਅੰਤਰਿਮ ਰਾਸ਼ਟਰਪਤੀ ਸੀ। ਧਨ ਬਿੱਲ ਨੂੰ ਸੰਸਦ ਦੇ ਕਿਸ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ? ਤਾਂ ਇਹ ਕੀਤਾ ਜਾ ਸਕਦਾ ਜੀ ਲੋਕ ਸਭਾ ਦੇ ਵਿੱਚ। ਸੰਸਦ ਦੇ ਹਰੇਕ ਸਦਨ ਦੀ ਬੈਠਕ ਦੀ ਕਾਰਜ ਸੂਚੀ ਵਿੱਚ ਪਹਿਲਾ ਵਿਸ਼ਾ ਕਿਹੜਾ ਹੁੰਦਾ ਹੈ? ਤਾਂ ਇਹ ਹੁੰਦਾ ਜੀ ਪ੍ਰਸ਼ਨ ਕਾਲ। ਕਿਸ ਸੰਵਿਧਾਨ ਤਹਿਤ ਕੇਂਦਰ ਭੂਮੀ ਸੁਧਾਰ ਕਾਨੂੰਨਾਂ ਨੂੰ 9ਵੀਂ ਅਨੁਸੂਚੀ ਵਿੱਚ ਸਥਾਨ ਦਿੱਤਾ ਗਿਆ? ਤਾਂ ਇਹ ਦਿੱਤਾ ਗਿਆ ਜੀ 29ਵੀਂ ਸੰਵਿਧਾਨਕ ਸੋਧ ਦੇ ਤਹਿਤ। ਕਿਸ ਅਨੁਛੇਦ ਤਹਿਤ ਧਾਰਮਿਕ ਖਰਚ ਲਈ ਨਿਸ਼ਚਿਤ ਧਨ ਤੇ ਕਰ ਦੀ ਅਦਾਇਗੀ ਤੋਂ ਛੋਟ ਹੈ ਜਿਹੜੀ ਉਹ ਦਿੱਤੀ ਗਈ? ਤਾਂ ਇਹ ਦਿੱਤੀ ਗਈ ਜੀ ਅਨੁਛੇਦ 27 ਦੇ ਤਹਿਤ। 1952 ਈਸਵੀ ਦੇ ਆਮ ਚੋਣਾਂ ਸਮੇਂ ਕਿੰਨੇ ਦਲਾਂ ਨੂੰ ਨਿਰਵਾਚਨ ਆਯੋਗ ਦੁਆਰਾ ਰਾਸ਼ਟਰਪਤੀ ਦਲ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਸੀ? ਤਾਂ ਇਹ ਦਿੱਤੀ ਗਈ ਸੀ ਜੀ 14 ਦਲਾਂ ਨੂੰ। ਸੰਵਿਧਾਨ ਸਭਾ ਨੇ ਪ੍ਰਾਰੂਪ ਸੰਵਿਧਾਨ ਤੇ ਅਨੁਛੇਦ ਵਾਰ ਵਿਚਾਰ ਵਟਾਂਦਰਾ ਕਰਨਾ ਕਦੋਂ ਸ਼ੁਰੂ ਕੀਤਾ ਸੀ? ਤਾਂ ਇਹ ਕੀਤਾ ਸੀਗਾ ਜੀ 15 ਨਵੰਬਰ 1948 ਨੂੰ। ਜਦ ਰਾਸ਼ਟਰਪਤੀ ਦੁਆਰਾ ਵਿੱਤੀ ਸੰਕਟ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਦ ਸੰਸਦ ਦੁਆਰਾ ਇਸ ਦੀ ਮਨਜ਼ੂਰੀ ਕਿੰਨੇ ਦਿਨਾਂ ਦੇ ਵਿੱਚ ਕੀਤੀ ਜਾਂਦੀ ਹੈ? ਤਾਂ ਇਹ ਕੀਤੀ ਜਾਂਦੀ ਹੈ ਜੀ 2 ਮਹੀਨੇ ਦੇ ਵਿੱਚ। ਸੰਵਿਧਾਨ ਦਾ ਪ੍ਰਾਰੂਪ ਕਰਨ ਲਈ ਸੰਵਿਧਾਨ ਸਭਾ ਦੁਆਰਾ ਪ੍ਰਾਰੂਪ ਸਮਿਤੀ ਦਾ ਗਠਨ ਕਦੋਂ ਕੀਤਾ ਗਿਆ? ਤਾਂ ਇਹ ਕੀਤਾ ਗਿਆ ਸੀਗਾ ਜੀ 29 ਅਗਸਤ 1947 ਨੂੰ। ਸੰਵਿਧਾਨ ਸਭਾ ਦਾ ਅੰਤਿਮ ਦਿਨ ਕਿਹੜਾ ਸੀ ਜਿਸ ਦਿਨ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ 'ਤੇ ਦਸਤਖਤ ਕੀਤੇ ਸੀ? ਤਾਂ ਇਹ ਸੀਗਾ ਜੀ 24 ਜਨਵਰੀ 1950। ਕਿਸ ਅਨੁਛੇਦ ਦੇ ਦੁਆਰਾ ਭਾਰਤੀ ਨਾਗਰਿਕਾਂ ਨੂੰ 6 ਤਰ੍ਹਾਂ ਦੀਆਂ ਸੁਤੰਤਰਤਾਵਾਂ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ? ਤਾਂ ਇਹ ਦਿੱਤੀ ਗਈ ਨੇ ਜੀ ਅਨੁਛੇਦ 19 ਦੇ ਦੁਆਰਾ। ਭਾਰਤ ਦੇ ਕਿਹੜੇ ਰਾਸ਼ਟਰਪਤੀ ਦੀ ਮੌਤ ਉਸ ਦੇ ਕਾਰਜਕਾਲ ਦੌਰਾਨ ਹੋਈ ਸੀ? ਤਾਂ ਇਹ ਹੋਈ ਸੀ ਜੀ ਡਾਕਟਰ ਜ਼ਾਕਿਰ ਹੁਸੈਨ ਅਤੇ ਫਖਰੂਦੀਨ ਅਲੀ ਅਹਿਮਦ ਦੀ। ਇਹ ਰਾਸ਼ਟਰਪਤੀ ਸੀ ਜਿਹੜੀ ਇਹਨਾਂ ਦੇ ਕਾਰਜਕਾਲ ਦੌਰਾਨ ਇਹਨਾਂ ਦੀ ਮੌਤ ਹੋਈ ਸੀ। ਰਾਜ ਦੀ ਕਾਰਜਪਾਲਿਕਾ ਸ਼ਕਤੀ ਦਾ ਪ੍ਰਧਾਨ ਕੌਣ ਹੁੰਦਾ ਹੈ? ਤਾਂ ਉਹ ਹੁੰਦਾ ਜੀ ਰਾਜਪਾਲ।
ਜੰਮੂ ਕਸ਼ਮੀਰ ਵਿੱਚ ਦੇ ਵਿਸ਼ੇ ਵਿੱਚ ਸੰਸਦ ਦੀ ਅਧਿਕਾਰਤਾ ਕਿੰਨੇ ਵਿਸ਼ਿਆਂ ਤੱਕ ਹੈ? ਤਾਂ ਇਹ ਜੀ ਕੇਵਲ ਸੰਘ ਸੂਚੀ ਵਿੱਚ ਵਰਣਿਤ ਵਿਸ਼ਿਆਂ ਤੱਕ। ਰਾਜ ਦੇ ਹੇਠਲੇ ਅਤੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਨੇ? ਤਾਂ ਕਿਹਾ ਜਾਂਦਾ ਜੀ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ। ਜੋ ਰਾਜ ਸਭਾ ਦੇ ਹੇਠਲੇ ਅਤੇ ਉੱਪਰਲੇ ਸਦਨ ਹੁੰਦੇ ਨੇ। ਪ੍ਰਧਾਨ ਮੰਤਰੀ ਦੀ ਵਿਅਕਤੀਗਤ ਜ਼ਿੰਮੇਵਾਰੀ ਕਿਸ ਪ੍ਰਤੀ ਹੁੰਦੀ ਹੈ ਜਾਂ ਕਿਸ ਪ੍ਰਤੀ ਹੈ? ਤਾਂ ਇਹ ਹੈ ਜੀ ਰਾਸ਼ਟਰਪਤੀ ਦੇ ਪ੍ਰਤੀ। ਮਹਾਨਿਆਂਵਾਦੀ ਦਾ ਕਾਰਜਕਾਲ ਕਿੰਨੇ ਸਮੇਂ ਦਾ ਹੁੰਦਾ ਹੈ? ਤਾਂ ਰਾਸ਼ਟਰਪਤੀ ਦੀ ਇੱਛਾ ਦੇ ਅਨੁਸਾਰ ਜਿਹੜਾ ਮਹਾਨਿਆਂਵਾਦੀ ਹੁੰਦਾ ਇਸ ਦਾ ਕਾਰਜਕਾਲ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਸਰਵਉੱਚ ਅਤੇ ਉੱਚ ਅਦਾਲਤ ਦੇ ਜੱਜ ਨੂੰ ਹੈ ਜਿਹੜਾ ਸਦਾਚਾਰ ਜਾਂ ਅਸਮਰਥਾ ਦੇ ਆਧਾਰ 'ਤੇ ਹਟਾਉਣ ਦਾ ਪ੍ਰਸਤਾਵ ਹੈ ਜਿਹੜਾ ਉਹ ਕਿੱਥੇ ਪੇਸ਼ ਕੀਤਾ ਜਾ ਸਕਦਾ ਹੈ? ਤਾਂ ਇਹ ਕੀਤਾ ਜਾ ਸਕਦਾ ਜੀ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ। ਉਸ ਵਿੱਤ ਮੰਤਰੀ ਦਾ ਨਾਮ ਦੱਸੋ ਜਿਸ ਨੇ ਸੰਨ 1952 ਵਿੱਚ ਪਹਿਲਾ ਸਧਾਰਨ ਬਜਟ ਸੀ ਜਿਹੜਾ ਪੇਸ਼ ਕੀਤਾ ਸੀ? ਤਾਂ ਇਹ ਸੀਗੇ ਜੀ PK ਸਰਮੁਖਮ ਚੋਟੀ, ਇਹਨਾਂ ਦਾ ਨਾਮ ਸੀਗਾ, ਜਿਨ੍ਹਾਂ ਨੇ 1952 ਦੇ ਵਿੱਚ ਪਹਿਲਾ ਸਧਾਰਨ ਬਜਟ ਸੀ ਜਿਹੜਾ ਪੇਸ਼ ਕੀਤਾ ਸੀ ਤੇ ਵਿੱਤ ਮੰਤਰੀ ਸੀ। ਭਾਰਤੀ ਸੰਵਿਧਾਨ ਦੇ ਨਿਰਮਾਣ ਸਮੇਂ ਸੰਵਿਧਾਨਕ ਸਲਾਹਕਾਰ ਕੌਣ ਸੀ? ਤਾਂ ਉਹ ਸੀਗੇ ਜੀ BN ਰਾਓ। ਸੰਵਿਧਾਨ ਦੀ ਪ੍ਰਸਤਾਵਨਾ ਅਨੁਸਾਰ ਭਾਰਤੀ ਸ਼ਾਸਨ ਦੀ ਸਰਵਉੱਚ ਸੱਤਾ ਕਿਸ ਵਿੱਚ ਮੌਜੂਦ ਹੈ? ਤੇ ਹੈ ਜੀ ਭਾਰਤੀ ਜਨਤਾ ਦੇ ਵਿੱਚ। ਰਾਸ਼ਟਰਪਤੀ ਅਹੁਦੇ ਦੇ ਚੋਣ ਸੰਬੰਧੀ ਵਿਵਾਦ ਨੂੰ ਕਿਸ ਨੂੰ ਨਿਰਦੇਸ਼ਿਤ ਕੀਤਾ ਜਾਂਦਾ ਹੈ? ਤਾਂ ਇਹ ਕੀਤਾ ਜਾਂਦਾ ਜੀ ਸਰਵ ਉੱਚ ਅਦਾਲਤ ਨੂੰ। ਜੇਕਰ ਕੋਈ ਅਭਿਯੁਕਤ ਆਪਣੇ ਬਚਾਅ ਲਈ ਵਕੀਲ ਦੀ ਮਦਦ ਲੈਣਾ ਚਾਹੁੰਦਾ ਹੈ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਕੀ ਵਿਵਸਥਾ ਹੈ? ਤਾਂ ਉਸ ਨੂੰ ਆਪਣੀ ਪਸੰਦ ਦਾ ਵਕੀਲ ਕਰਨ ਦਾ ਜਿਹੜਾ ਅਧਿਕਾਰ ਹੈ। ਕਿਸੇ ਨਜ਼ਰਬੰਦ ਵਿਅਕਤੀ ਨੂੰ ਆਪਣੀ ਰਿਹਾਈ ਲਈ ਸਭ ਤੋਂ ਉਚਿਤ ਜਾਚਕਾ ਕਿਹੜੀ ਹੋਵੇਗੀ? ਤਾਂ ਉਹ ਹੋਏਗੀ ਜੀ ਬੰਦੀ ਪ੍ਰਤੱਖੀਕਰਨ। ਸੰਵਿਧਾਨ ਦੇ ਕਿਸ ਅਨੁਛੇਦ ਅੰਤਰਗਤ ਸੰਘ ਦੀ ਭਾਸ਼ਾ ਹਿੰਦੀ ਅਤੇ ਲਿਪੀ ਦੇਵਨਾਗਰੀ ਬਣਾਏਗੀ? ਤਾਂ ਇਹ ਬਣਾਏਗੀ ਜੀ ਅਨੁਛੇਦ 343 ਦੇ ਅੰਤਰਗਤ। ਸੰਵਿਧਾਨ ਵਿੱਚ ਸ਼ਾਮਲ ਰਾਸ਼ਟਰੀ ਆਪਾਤ ਦੀ ਉਦਘੋਸ਼ਣਾ ਰਾਸ਼ਟਰਪਤੀ ਦੁਆਰਾ ਹੁਣ ਤੱਕ ਕਿੰਨੀ ਵਾਰ ਕੀਤੀ ਗਈ ਹੈ? ਤਾਂ ਇਹ ਕੀਤੀ ਗਈ ਹੈ ਜੀ ਹੁਣ ਤੱਕ 3 ਵਾਰ। ਭਾਰਤ ਦੇ ਸੰਵਿਧਾਨ ਵਿੱਚ ਪ੍ਰਮੁੱਖ ਸੋਧ ਕਦੋਂ ਕੀਤੀ ਗਈ? ਤਾਂ ਇਹ ਕੀਤੀ ਗਈ ਜੀ 1951 ਦੇ ਵਿੱਚ। ਸੰਵਿਧਾਨ ਸੋਧ ਲਈ ਬਿੱਲ ਸੰਸਦ ਦੇ ਕਿਹੜੇ ਸਦਨ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾ ਸਕਦਾ ਹੈ? ਤਾਂ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਪੇਸ਼ ਹੈ ਜਿਹੜਾ ਕੀਤਾ ਜਾ ਸਕਦਾ ਹੈ। ਸੰਵਿਧਾਨ ਸੋਧ ਪ੍ਰਕਿਰਿਆ ਵਿੱਚ ਕੀ ਜਨਮਤ ਸੰਗ੍ਰਹਿ ਦੀ ਵਿਵਸਥਾ ਜਿਹੜੀ ਹੁੰਦੀ ਹੈ? ਤਾਂ ਨਹੀਂ, ਆਨਸਰ ਆਏਗਾ। ਸੰਵਿਧਾਨ ਦੇ ਆਧਾਰਭੂਤ ਢਾਂਚੇ ਨੂੰ ਸੁਰੱਖਿਅਤ ਰੱਖਣ ਦਾ ਸਿਧਾਂਤ ਸਰਵਉੱਚ ਅਦਾਲਤ ਨੇ ਕਿਸ ਮਾਮਲੇ ਵਿੱਚ ਪ੍ਰਤੀਪਾਦਨ ਕੀਤਾ? ਤਾਂ ਇਹ ਕੀਤਾ ਸੀਗਾ ਜੀ ਕੇਸ਼ਵਾਨੰਦ ਭਾਰਤੀ ਦੇ ਮਾਮਲੇ ਵਿੱਚ। ਸਾਲ 1938 ਵਿੱਚ ਕਿਸ ਵਿਅਕਤੀ ਨੇ ਬਾਲਗ ਮਤ ਅਧਿਕਾਰ ਦੇ ਆਧਾਰ 'ਤੇ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਪੰਡਿਤ ਜਵਾਹਰ ਲਾਲ ਨਹਿਰੂ ਨੇ। 15 ਅਗਸਤ 1947 ਤੋਂ 26 ਜਨਵਰੀ 1950 ਤੱਕ ਭਾਰਤ ਦਾ ਰਾਜਨੀਤਿਕ ਦਰਜਾ ਕੀ ਸੀ? ਤਾਂ ਉਸ ਸਮੇਂ ਇਹ ਬ੍ਰਿਟਿਸ਼ ਰਾਸ਼ਟਰ ਕੁਲ ਦਾ ਇੱਕ ਅਧਿਰਾਜ ਸੀਗਾ। ਸੰਸਦ ਵਿੱਚ ਸਾਰੇ ਪ੍ਰਕਾਰ ਦੇ ਸੰਵਿਧਾਨਕ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕੀ ਰਾਸ਼ਟਰਪਤੀ ਦੀ ਮਨਜ਼ੂਰੀ ਪ੍ਰਾਪਤ ਕਰ ਨਿਰਵਾਚਿਤ ਹੋਇਆ? ਤਾਂ ਉਹ ਸੀਗਾ ਜੀ VV ਗਿਰੀ। ਸੋ ਇਹ ਕੁਐਸਚਨ ਛੱਡ ਦਿਓ, ਇਹ ਕੁਐਸਚਨ ਟਾਈਪ ਕਰਨ ਵਿੱਚ
ਕੋਈ ਪ੍ਰੋਬਲਮ ਹੋਈ ਹੈ, ਇਹ ਸਹੀ ਨਹੀਂ ਹੈ। ਸੋ ਆਨਸਰ ਤਾਂ ਸਹੀ ਬਣਦਾ ਹੈ। ਤਾਂ ਇਹ ਜਿਹੜਾ ਪ੍ਰਸ਼ਨ ਬਣਦਾ ਸੀ ਕਿ ਕਿਹੜਾ ਰਾਸ਼ਟਰਪਤੀ ਦੂਜੀ ਪਸੰਦ ਦੇ ਮਤਾਂ ਦੀ ਗਣਨਾ ਦੇ ਫਲਸਰੂਪ ਆਪਣਾ ਨਿਸ਼ਚਿਤ ਕੋਟਾ ਪ੍ਰਾਪਤ ਕਰ ਨਿਰਵਾਚਿਤ ਹੋਇਆ ਸੀ, ਤਾਂ ਉਹ ਸੀਗੇ ਵੀ ਗਿਰੀ। ਸੋ ਇਹ ਇਸ ਤਰ੍ਹਾਂ ਦਾ ਕੁਐਸਚਨ ਹੈ ਕਿ ਅੰਤਰਿਕ ਅਸ਼ਾਂਤੀ ਦੇ ਆਧਾਰ 'ਤੇ ਰਾਸ਼ਟਰਪਤੀ ਸੰਕਟ ਕਾਲ ਦੀ ਘੋਸ਼ਣਾ ਕਰ ਸਕਦਾ ਹੈ, ਅਤੇ ਇਹਦਾ ਆਨਸਰ ਆਏਗਾ ਜੀ ਨਹੀਂ। ਭਾਰਤ ਦੇ ਰਾਸ਼ਟਰਪਤੀ ਨੂੰ ਕਿਸ ਤੋਂ ਵੇਤਨ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ, ਯਾਨੀ ਕਿ ਤਨਖਾਹ? ਤਾਂ ਭਾਰਤ ਦੀ ਸੰਚਿਤ ਨਿਧੀ ਤੋਂ। ਸੰਸਦ ਦੇ ਸਦਨ ਵਿੱਚ ਸਰਕਾਰੀ ਬਿੱਲ ਕੌਣ ਪੇਸ਼ ਕਰਦਾ ਹੈ? ਤਾਂ ਮੰਤਰੀ ਪਰਿਸ਼ਦ ਦਾ ਕੋਈ ਵੀ ਮੈਂਬਰ ਸਰਕਾਰੀ ਬਿੱਲ ਹੈ ਜਿਹੜਾ ਸੰਸਦ ਦਾ ਜੋ ਸਦਨ ਹੁੰਦਾ ਉਸ ਦੇ ਵਿੱਚ ਪੇਸ਼ ਕਰਦਾ ਹੈ। ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਨਿਆਂ ਦੀ ਵਿਵਸਥਾ ਦੀ ਗੱਲ ਹੈ ਜਿਹੜੀ ਕਹੀ ਗਈ ਹੈ? ਤਾਂ ਇਹ ਕਹੀ ਗਈ ਹੈ ਜੀ ਪ੍ਰਸਤਾਵਨਾ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਵਿੱਤੀ ਸੰਕਟ ਦੀ ਘੋਸ਼ਣਾ ਹੁਣ ਤੱਕ ਕਿੰਨੀ ਵਾਰ ਹੋ ਚੁੱਕੀ ਹੈ? ਤਾਂ ਹੁਣ ਤੱਕ ਇੱਕ ਵਾਰ ਵੀ ਨਹੀਂ ਹੈ ਜਿਹੜੀ ਵਿੱਤੀ ਸੰਕਟ ਦੀ ਘੋਸ਼ਣਾ ਕੀਤੀ ਗਈ। ਯੋਗਤਾ ਦੀ ਦ੍ਰਿਸ਼ਟੀ ਤੋਂ ਮੰਤਰੀਆਂ ਦਾ ਸਹੀ ਕ੍ਰਮ ਕੀ ਹੁੰਦਾ ਹੈ? ਤਾਂ ਇਹ ਹੁੰਦਾ ਜੀ ਪਹਿਲਾਂ ਕੈਬਨਿਟ ਮੰਤਰੀ, ਫਿਰ ਰਾਜ ਮੰਤਰੀ ਅਤੇ ਫਿਰ ਉਪ ਮੰਤਰੀ। ਭਾਰਤ ਦੇ ਰਾਸ਼ਟਰਪਤੀ ਨੇ ਕਿਸ ਮਾਮਲੇ ਦੇ ਵਿੱਚ ਆਪਣੀ ਵੀਟੋ ਸ਼ਕਤੀ ਦਾ ਪ੍ਰਯੋਗ ਕੀਤਾ ਸੀ? ਤਾਂ ਇਹ ਕੀਤਾ ਸੀਗਾ ਜੀ ਭਾਰਤੀ ਡਾਕਘਰ ਅਧਿਨਿਯਮ। ਸੋ ਉਹਦੇ ਤਹਿਤ ਹੈ ਜਿਹੜਾ ਭਾਰਤ ਦੇ ਰਾਸ਼ਟਰਪਤੀ ਸੀ, ਤਾਂ ਇਹਨਾਂ ਨੇ ਆਪਣੀ ਵੀਟੋ ਸ਼ਕਤੀ ਦਾ ਪ੍ਰਯੋਗ ਕੀਤਾ ਸੀ ਗਿਆਨੀ ਜੈਲ ਸਿੰਘ ਜੀ ਨੇ। ਭਾਰਤ ਦੇ ਕਿਸ ਰਾਜ ਵਿੱਚ ਉਰਦੂ ਨੂੰ ਪ੍ਰਥਮ ਭਾਸ਼ਾ ਦਾ ਦਰਜਾ ਪ੍ਰਦਾਨ ਹੈ ਜਿਹੜਾ ਕੀਤਾ ਗਿਆ? ਤਾਂ ਜੰਮੂ ਅਤੇ ਕਸ਼ਮੀਰ ਨੂੰ। ਮੰਤਰੀ ਪਰਿਸ਼ਦ ਕਿਸ ਪ੍ਰਤੀ ਜਵਾਬਦੇਹ ਹੁੰਦੀ ਹੈ? ਤਾਂ ਇਹ ਹੁੰਦੀ ਹੈ ਜੀ ਸੰਸਦ ਅਤੇ ਵਿਧਾਨ ਸਭਾ ਦੀ। ਭਾਰਤੀ ਸੰਸਦ ਦੀ ਸਭ ਤੋਂ ਪੁਰਾਣੀ ਸਮਿਤੀ ਕਿਹੜੀ ਹੈ? ਤਾਂ ਇਹ ਜੀ ਲੋਕ ਲੇਖਾ ਸਮਿਤੀ, ਜੋ ਭਾਰਤੀ ਸੰਸਦ ਦੀ ਸਭ ਤੋਂ ਪੁਰਾਣੀ ਸਮਿਤੀ ਹੈ। ਲੋਕ ਸਭਾ ਪ੍ਰਧਾਨ ਨੂੰ ਲੋਕ ਸਭਾ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਸਹੁੰ ਕੌਣ ਗ੍ਰਹਿਣ ਕਰਵਾਉਂਦਾ ਜਾਂ ਚੁਕਾਉਂਦਾ ਹੈ? ਤਾਂ ਇਹਦੇ ਵਿੱਚ ਆਨਸਰ ਆਏਗਾ ਕੋਈ ਨਹੀਂ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਮਿਲਦੇ ਹਾਂ ਅਗਲੇ ਨਵੇਂ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।